हेलो एवरीवन, मेरा नाम है प्रीत। उम्मीद करती ਹਾਂ ਸਭ ਠੀਕ ਠਾਕ ਹੋਵੋਗੇ। ਸੋਇਲ ਮਕੈਨਿਕਸ ਕਰ ਰਹੇ ਸੀ ਆਪਾਂ ਤੇ ਇਹ ਸੋਇਲ ਮਕੈਨਿਕਸ ਦਾ ਸੈਕਿੰਡ ਪਾਰਟ ਹੈ। ਜਿਸਨੇ ਵੀ ਸੋਇਲ ਮਕੈਨਿਕਸ ਦਾ ਫਰਸਟ ਪਾਰਟ ਨਹੀਂ ਦੇਖਿਆ ਉਹ ਪਹਿਲਾਂ ਦੇਖ ਸਕਦਾ ਹੈ। ਅਗਰ ਉਸਨੇ ਨਹੀਂ ਵੀ ਦੇਖਿਆ ਔਰ ਡਾਇਰੈਕਟਲੀ ਇਸ ਵੀਡੀਓ ਤੋਂ ਆਇਆ ਤਾਂ ਉਸਨੂੰ ਇਹ ਵੀ ਚੰਗੀ ਤਰ੍ਹਾਂ ਸਮਝ ਆ ਜਾਏਗਾ। ਇੰਜੀਨੀਅਰਿੰਗ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਇੰਪੋਰਟੈਂਟ ਟੌਪਿਕਸ ਤੇ ਜਿੰਨੇ ਵੀ ਪ੍ਰੋਬੇਬਲੀ ਇੰਪੋਰਟੈਂਟ ਸਬਜੈਕਟਸ ਦੇ ਵਿੱਚ ਕੁਐਸਚਨਸ ਆਣਗੇ ਆਪਾਂ ਸਾਰੇ ਕਵਰ ਕਰ ਰਹੇ ਹਾਂ। ਸੋ ਸਵਾਗਤ ਹੈ ਸਭ ਦਾ ਮੇਰੇ ਚੈਨਲ ਦੇ ਉੱਤੇ ਜਿਸ ਦਾ ਨਾਮ ਹੈ ਸਮਾਰਟ ਸਟੱਡੀ ਵਿਦ ਪ੍ਰੀਤ। ਸੋ ਸਟਾਰਟ ਕਰਦੇ ਹਾਂ। ਸਪੈਸ਼ਲੀ ਅਸੀਂ ਫੋਕਸ ਕਰ ਰਹੇ ਹਾਂ PSPCL ਔਰ PSSSB JEE ਔਰ ਸਟੇਟ AE JEE ਐਗਜ਼ਾਮਸ ਦੇ ਲਈ। ਜਿੰਨੇ ਵੀ ਸਿਵਲ ਇੰਜੀਨੀਅਰਿੰਗ ਨੂੰ ਦੇ ਇੰਪੋਰਟੈਂਟ ਐਗਜ਼ਾਮਸ ਆ ਉਹਨਾਂ ਦੇ ਸਾਰੇ ਸਬਜੈਕਟਸ ਨੂੰ ਅਸੀਂ ਕਵਰ ਕਰਾਂਗੇ। ਠੀਕ ਹੈ ਜੀ। ਸਪੈਸ਼ਲੀ ਅਸੀਂ ਫੋਕਸ ਕਰ ਰਹੇ ਹਾਂ ਪੰਜਾਬ ਦੇ ਐਗਜ਼ਾਮਸ ਔਰ PSPCL ਔਰ PSSSB JEE ਨੂੰ ਲੈ ਕੇ। ਠੀਕ ਹੈ ਜੀ। ਸੋਇਲ ਮਕੈਨਿਕਸ ਜੋ ਹੈ ਬਹੁਤ ਵੇਟੇਜ ਕੈਰੀ ਕਰਦੀ ਹੈ। ਠੀਕ ਹੈ, ਇਸ ਕਰਕੇ ਅਸੀਂ ਪਹਿਲਾਂ ਇਹਨੂੰ ਚੱਕਿਆ। ਫਸਟ ਟੌਪਿਕ ਹੈ ਸਾਡਾ ਇਹਦੇ ਵਿੱਚ ਸੋਇਲ ਐਕਸਪਲੋਰੇਸ਼ਨ। ਇਹਦੇ ਵਿੱਚ ਕੀ ਆ, ਦ ਫੀਲਡ ਐਂਡ ਲੈਬੋਰਟਰੀ ਸਟੱਡੀਜ਼ carried out for obtaining the necessary information about the soil characteristics, including the position of groundwater table, is called soil exploration. देखो, अगर नॉर्मल कोई भी बंदा मान लो साढ़े कोल फील्ड है, इस फील्ड तो कोई पर्सन मिट्टी चकेगा, सोयल नू देखेगा, ਉਹਦੇ ਦੇਖਣ ਦਾ ਢੰਗ ਅਲੱਗ ਹੋਊਗਾ ਔਰ ਇੱਕ ਇੰਜੀਨੀਅਰ ਜਦੋਂ ਸੋਇਲ ਨੂੰ ਦੇਖੇਗਾ ਉਹਨੂੰ ਦੇਖਣ ਦਾ ਢੰਗ ਕੁਝ ਹੋਰ ਹੋਏ। ਠੀਕ ਹੈ, ਸੋਇਲ ਦੇ ਉੱਤੇ ਬਹੁਤ ਸਾਰੇ ਟੈਸਟ ਕੀਤੇ ਜਾਂਦੇ ਆ, ਫਿਰ ਚਾਹੇ ਉਹ ਫੀਲਡ ਟੈਸਟ ਹੋਣ ਜਾਂ ਫਿਰ ਲੈਬੋਰਟਰੀ ਸਟੱਡੀਜ਼ ਹੋਵੇ। ਕਹਿੰਦੇ the field and laboratory studies carried out for obtaining the necessary information। ਅਸੀਂ ਸੋਇਲ ਨੂੰ ਲੈ ਕੇ ਚਾਹੇ ਅਸੀਂ ਫੀਲਡ ਦੇ ਉੱਤੇ ਅਸੀਂ ਕਿਹੜੇ ਟੈਸਟ ਕਰਾਂਗੇ। ਮੰਨ ਲਓ ਅਸੀਂ ਉਹਦਾ ਟੈਕਸਚਰ ਦੇਖ ਲਾਂਗੇ, ਉਹਨੂੰ ਟੱਚ ਕਰਕੇ ਦੇਖ ਲਾਂਗੇ, ਸਾਨੂੰ ਇਹ ਪਤਾ ਲੱਗ ਸਕਦਾ ਵੀ ਉਹ ਕਲੇ ਸੋਇਲ ਆ ਜਾਂ ਸੈਂਡੀ ਸੋਇਲ ਆ ਜਾਂ ਉਸ ਤਰ੍ਹਾਂ ਦੇ ਨੋਰਮਲ ਬਿਹੇਵੀਅਰ ਪਤਾ ਲੱਗ ਸਕਦਾ ਜੋ ਸਾਨੂੰ ਬਿਨਾਂ ਲੈਬੋਰਟਰੀ 'ਚ ਜਾਏ ਵੀ ਸਾਨੂੰ ਪਤਾ ਲੱਗੇ। ਉਹ ਹੋ ਗਏ ਫੀਲਡ ਟੈਸਟ। ਕੁਛ ਟੈਸਟ ਹੋਣਗੇ ਜਿਹੜੇ ਕਿ ਲੈਬੋਰਟਰੀ 'ਚ ਜਾ ਕੇ ਸਾਨੂੰ ਪਤਾ ਲੱਗੂਗੇ। ਠੀਕ ਹੈ, ਜੋ ਵੀ ਨੈਸੈਸਰੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੈ ਉਹਨਾਂ ਦੇ ਉੱਤੇ। ਦ ਪੋਜੀਸ਼ਨ ਆਫ ਗਰਾਊਂਡ ਵਾਟਰ ਟੇਬਲ ਇਜ਼ ਆਲਸੋ ਇਨਕਲੂਡਡ, ਜਿਹਦੀਆਂ ਕਰੈਕਟਰਿਸਟਿਕਸ ਹੋਣਗੇ। ਸੋ ਇਹਨੂੰ ਕਹਿੰਦੇ ਆ ਸੋਇਲ ਐਕਸਪਲੋਰੇਸ਼ਨ। ਠੀਕ ਹੈ ਜੀ। ਹੁਣ ਮੈਥਡ ਆਫ ਐਕਸਪਲੋਰੇਸ਼ਨ ਕੀ ਹੈਗੀ ਆ। ਪਹਿਲਾ ਆਉਂਦਾ ਹੈਗਾ ਪ੍ਰੀਲਿਮਿਨਰੀ ਸਟੇਜ, ਸੈਕਿੰਡ ਆਉਂਦੀ ਹੈ ਡਿਟੇਲ ਸਟੇਜ। ਇਹਦੇ ਬਾਰੇ ਅਸੀਂ ਪੜ੍ਹਦੇ ਹਾਂ ਅਗਲੀ ਸਲਾਈਡ ਦੇ ਵਿੱਚ। ਇਹਦੇ ਵਿੱਚ ਦੇਖੋ ਕਹਿੰਦੇ ਮੈਥਡਸ ਹੈਗੇ ਆ ਸੋਇਲ ਐਕਸਪਲੋਰੇਸ਼ਨ ਦੇ ਕਿਹੜੇ ਆ। ਫਸਟ ਹੈ ਪ੍ਰੀਲਿਮਿਨਰੀ ਸਟੇਜ। ਪ੍ਰੀਲਿਮਿਨਰੀ ਸਟੇਜ ਦੇ ਵਿੱਚ ਕੀ ਹੁੰਦਾ ਆ ਕਿ ਇਨ ਦਿਸ ਸਟੇਜ ਵੀ ਡੂ ਜਿਓਲੋਜੀਕਲ ਸਟੱਡੀ ਆਫ ਸਾਈਟ ਐਂਡ ਦ ਸਾਈਟ ਰਿਕੋਗਨਾਈਜ਼ੈਂਸ। ਠੀਕ, ਜਿਓਲੋਜੀਕਲ ਸਟੱਡੀ ਮੀਨਸ ਕਿ ਜੋ ਵੀ ਅਸੀਂ ਉਸੇ ਸਾਈਟ ਦੇ ਉੱਤੇ ਜੋ ਵੀ ਅਸੀਂ ਦੇਖਣਾ ਆ, ਜੋ ਮੈਂ ਤੁਹਾਨੂੰ ਪਿਛਲੀ ਸਲਾਈਡ ਵਿੱਚ ਵੀ ਦੱਸਿਆ ਕਿ ਉਸੇ ਜਗ੍ਹਾ ਦੇ ਉੱਤੇ ਉਸੇ ਸਾਈਟ ਦੇ ਉੱਤੇ ਜੋ ਐਗਜ਼ਾਮਿਨ ਕਰ ਰਹੇ ਹਾਂ ਉਹਨੂੰ ਕਹਿ ਦਿੰਦੇ ਆਪਾਂ ਪ੍ਰੀਲਿਮਿਨਰੀ ਸਟੇਜ। ਠੀਕ ਹੈ, ਜੋ ਆ ਗਿਆ ਮੇਰੇ ਕੋਲ ਡਿਟੇਲ ਸਟੇਜ। ਡਿਟੇਲ ਸਟੇਜ ਦੇ ਵਿੱਚ ਕੀ ਹੁੰਦਾ, ਕਹਿੰਦੇ ਦ ਡਿਟੇਲ ਸਾਈਟ ਇਨਵੈਸਟੀਗੇਸ਼ਨ ਇਜ਼ ਫੋਲੋਡ ਬਾਏ ਪ੍ਰੀਲਿਮਿਨਰੀ ਸਟੇਜ, ਬੋਰਿੰਗ ਆਫ ਹੋਲਸ ਇਜ਼ ਡਨ। ਠੀਕ ਆ, ਇਹ ਜੋ ਪ੍ਰੋਸੈਸ ਹੈਗਾ ਇਹ ਪ੍ਰੀਲਿਮਿਨਰੀ ਸਟੇਜ ਨੂੰ ਹੀ ਫੋਲੋਡ ਕਰੂਗਾ ਔਰ ਇਹਦੇ ਵਿੱਚ ਅਸੀਂ ਕਰਾਂਗੇ ਬੋਰਿੰਗ ਆਫ ਹੋਲਸ। ਬੋਰਿੰਗ ਆਫ ਹੋਲਸ ਕੀ ਹੁੰਦਾ ਅਸੀਂ ਦੇਖਦੇ ਹਾਂ ਅਗਲੀ ਸਲਾਈਡ ਦੇ ਵਿੱਚ। ਬੋਰਿੰਗ ਆਫ ਹੋਲਸ ਦਾ ਮਤਲਬ ਇਹ ਹੈ ਕਿ ਜਿੱਦਾਂ ਦੇਖੋ ਤੁਸੀਂ ਇਹ ਵੀਡੀਓ ਵਿੱਚ ਦੇਖ ਪਾ ਰਹੇ ਹੋਵੋਗੇ, ਇਹਦੇ ਵਿੱਚ ਕੀ ਕਰ ਰਹੇ ਆ, ਸੋਇਲ ਨੂੰ ਐਕਸਪਲੋਰ ਕਰ ਰਹੇ, ਐਕਸਪਲੋਰੇਸ਼ਨ ਕਰ ਰਹੇ ਆ। ਠੀਕ ਆ, ਕੱਢ ਰਹੇ ਆ, ਬਾਹਰ ਕੱਢ ਰਹੇ ਆ। ਠੀਕ ਆ, ਜਿੱਦਾਂ ਕਹਿ ਲਓ ਪੰਜਾਬੀ 'ਚ ਕਹਿੰਦੇ ਨਾ ਪੁੱਟਦੇ ਪਏ ਹੈ ਨਾ, ਬਾਹਰ ਕੱਢਦੇ ਪਏ, ਉਸ ਤਰੀਕੇ ਨਾਲ ਉਹ ਹੋ ਗਿਆ। ਇਹਦੇ ਵਿੱਚ ਕੀ ਆਉਂਦਾ, ਕਹਿੰਦੇ ਬੋਰਿੰਗ ਫॉर ਐਕਸਪਲੋਰੇਸ਼ਨ। ਇਹਦੇ ਬਾਰੇ ਅਸੀਂ ਪੜ੍ਹਨਾ ਹੁਣ। ਕਹਿੰਦੇ ਮੇਕਿੰਗ ਐਂਡ ਐਡਵਾਂਸਿੰਗ ਆਫ ਬੋਰ ਹੋਲਸ ਇਜ਼ ਨੋਨ ਐਜ਼ ਬੋਰਿੰਗ। ਬੋਰਿੰਗ ਕਿਹਨੂੰ ਕਹਿੰਦੇ ਆ ਕਿ ਜਿਹੜੇ ਬੋਰ ਹੋਲਸ ਕੱਢਣੇ। ਠੀਕ ਆ, ਮੇਕਿੰਗ ਐਂਡ ਐਡਵਾਂਸਿੰਗ ਆਫ ਬੋਰ ਹੋਲਸ ਬਣਾਉਣੇ ਉਹਨਾਂ ਨੂੰ ਕਹਿ ਦਿੰਦੇ ਆਪਾਂ ਬੋਰਿੰਗ, ਜਿਵੇਂ ਸਾਨੂੰ ਇਸ ਪਿਕਚਰ ਦੇ ਵਿੱਚ ਦਿਖਾਈ ਦੇ ਹੀ ਰਿਹਾ। ਕਹਿੰਦੇ ਵੈਨ ਦਾ ਡੈਪਥ ਆਫ ਐਕਸਪਲੋਰੇਸ਼ਨ ਇਜ਼ ਲਾਰਜ। ਜਿਹੜੀ ਸਾਡੇ ਕੋਲ ਬੋਰਿੰਗ ਹੈ, ਠੀਕ,
अगर तो साडे कोल जिहड़ी डेप्थ हैगी है एक्सप्लोरेशन दी वो काफ़ी लार्ज है। बोरिंग आर आल्सो यूज्ड फॉर एक्सप्लोरेशन। ਸਾਨੂੰ ਕਦੋਂ ਜ਼ਰੂਰਤ ਪੈਂਦੀ ਹੈ ਬੋਰਿੰਗ ਕਰਨ ਦੀ? ਬੋਰਿੰਗ ਸਾਨੂੰ ਉਦੋਂ ਹੀ ਕਰਨੀ ਪਊਗੀ ਜਦੋਂ ਸਾਡੇ ਕੋਲ ਜਿਹੜੀ ਆ ਜਿਹੜੀ ਐਕਸਪਲੋਰੇਸ਼ਨ ਮੰਨ ਲਓ ਉੱਪਰੋਂ ਸਾਨੂੰ ਨਹੀਂ ਪਤਾ ਚੱਲ ਰਿਹਾ ਵੀ ਕਿਵੇਂ ਦਾ ਉਹ ਸਾਰਾ ਕੁਛ ਪ੍ਰੋਪਰਟੀਜ਼ ਵਗੈਰਾ ਤਾਂ ਅਸੀਂ ਕੀ ਕਰਾਂਗੇ ਫਿਰ ਉਹਨੂੰ ਹਾਈ ਡੈਪਥ 'ਤੇ ਜਾ ਕੇ ਉਹਨੂੰ ਫਾਈਂਡ ਕਰਦੇ ਹਾਂ ਆਪਾਂ, ਠੀਕ ਆ? ਉਹਨੂੰ ਕਹਿੰਦੇ ਆ ਬੋਰਿੰਗ ਫॉर ਐਕਸਪਲੋਰੇਸ਼ਨ। ਕਹਿੰਦੇ ਡਿਪੈਂਡਿੰਗ ਅਪੋਨ ਦੀ ਟਾਈਪ ਆਫ ਸੋਇਲ, ਡਿਪੈਂਡ ਕਰਦਾ ਆ ਕਿ ਕਿਸ ਟਾਈਪ ਦੀ ਸੋਇਲ ਆ। ਪਰਪਸ ਕੀ ਹੈਗਾ ਬੋਰਿੰਗ ਕਰਨ ਦਾ, ਅਸੀਂ ਕਿਸ ਮਕਸਦ ਨਾਲ ਕਰ ਰਹੇ ਹਾਂ? ਇਹਦੇ ਲਈ ਅਲੱਗ-ਅਲੱਗ ਬੋਰਿੰਗਸ ਹੁੰਦੀਆਂ ਹੈਗੀਆਂ, ਠੀਕ ਆ? ਅਲੱਗ-ਅਲੱਗ ਟਾਈਪਸ ਦੇ ਨਾਲ ਹੁੰਦੀਆਂ ਹੈਗੀਆਂ। ਦ ਫੋਲੋਇੰਗ ਮੈਥਡਸ ਆਰ ਯੂਜ਼ਡ ਫॉर ਡਰਿਲਿੰਗ ਦਾ ਹੋਲਸ, ਠੀਕ ਆ? ਸਾਡੇ ਕੋਲ ਇੱਕ ਆ ਜਾਂਦੀ ਹੈਗੀ, ਹੁਣ ਕੀ ਟਾਈਪਸ ਆਪਾਂ ਦੇਖਦੇ ਹਾਂ। ਔਕਰ ਬੋਰਿੰਗ, ਵੋਸ਼ ਬੋਰਿੰਗ, ਰੋਟਰੀ ਬੋਰਿੰਗ। ਰੋਟਰੀ ਬੋਰਿੰਗ ਜਿਹੜੀ ਆ ਫਰਦਰ 2 ਟਾਈਪਸ ਦੀ ਆ। ਇੱਕ ਆਉਂਦੀ ਹੈਗੀ ਆ ਮਡ ਰੋਟਰੀ ਬੋਰਿੰਗ, ਇੱਕ ਆਉਂਦੀ ਹੈਗੀ ਆ ਕੋਰ ਡਰਿਲਿੰਗ। ਅੱਗੇ ਹੈਗਾ ਪ੍ਰੀਕੋਸ਼ਨ ਡਰਿਲਿੰਗ ਐਂਡ ਕੋਰ ਬੋਰਿੰਗ, ਠੀਕ ਆ? ਇਹਨਾਂ ਬਾਰੇ ਪੜ੍ਹਦੇ ਹਾਂ ਆਪਾਂ। ਦੇਖੋ ਫਸਟ ਆਉਂਦੀ ਮੇਰੇ ਕੋਲ ਔਗਰ ਬੋਰਿੰਗ। ਪਿਕਚਰ ਦੇ ਵਿੱਚ ਦੇਖੋ ਆਹ ਸਾਡੇ ਕੋਲ ਇੱਕ ਹੈਂਡ ਟੂਲ ਆ, ਠੀਕ? ਇਹਦੇ ਨਾਲ ਤੁਸੀਂ ਉਹਦੇ ਵਿੱਚ ਡਿਗਿੰਗ ਕਰੋਗੇ, ਬੋਰਿੰਗ ਕਰੋਗੇ, ਠੀਕ ਆ? ਸੋਇਲ ਦੇ ਵਿੱਚ। ਕਹਿੰਦੇ ਮੋਸਟ ਇਫੈਕਟਿਵ ਇਨ ਕਲੇਈ ਸੋਇਲਸ। ਜਿਹੜੀ ਔਗਰ ਬੋਰਿੰਗ ਹੈਗੀ ਆ ਇਹ ਜ਼ਿਆਦਾਤਰ ਜਿਹੜੀ ਇਫੈਕਟਿਵ ਹੁੰਦੀ ਆ ਵੀ ਜਿਹੜੀ ਸੋਇਲ ਦੀ ਟਾਈਪ ਕਿਹੜੀ ਹੋਵੇ, ਕਲੇਈ ਸੋਇਲ ਹੋਵੇ। ਕਹਿੰਦੇ ਇਟ ਇਜ਼ ਡਨ ਇਨ ਪਾਰਸ਼ਲੀ ਸੈਚੂਰੇਟਡ ਸੈਂਡਸ, ਠੀਕ? ਸਿਲਟਸ ਐਂਡ ਮੀਡੀਅਮ ਟੂ ਸਟਿਫ ਕਲੇਜ਼, ਮੀਡੀਅਮ ਆਫ ਸਟਿਫ ਕੋਹੀਸਿਵ ਸੋਇਲਸ, ਠੀਕ ਹੈ? ਜ਼ਿਆਦਾ ਇਹ ਇਫੈਕਟਿਵ ਹੋਊਗੀ ਜਦੋਂ ਕਲੇਈ ਸੋਇਲਸ ਹੋਊਗੀ, ਔਰ ਵੈਸੇ ਕੀਤੀ ਜਾਂਦੀ ਹੈ ਇਹ ਪਾਰਸ਼ਲੀ ਸੈਚੂਰੇਟਡ ਸੈਂਡਸ ਦੇ ਵਿੱਚ। ਸਿਲਟ ਔਰ ਮੀਡੀਅਮ ਟੂ ਸਟਿਫ ਕਲੇਜ਼ ਹੋਊਗੀ ਉਹਨਾਂ ਦੇ ਉੱਤੇ ਵੀ ਆਪਾਂ ਕਰ ਸਕਦੇ ਹਾਂ। ਕਹਿੰਦੇ ਇਟ ਇਜ਼ ਯੂਜ਼ਲੀ ਪਰਫੋਰਮਡ ਫਰੋਮ ਸਮੋਲ ਡੈਪਥ ਆਫ ਐਕਸਪਲੋਰੇਸ਼ਨ, ठीक? Auger boring is generally used in soils which can stay open without casing or drilling mud, ठीक है? कहते कैन नॉट यूज्ड when there are large cobbles। ਇਹ ਉੱਥੇ ਯੂਜ਼ ਨਹੀਂ ਹੋਊਗੇ ਜਿੱਥੇ ਜ਼ਿਆਦਾ ਕੋਬਲਸ ਪ੍ਰੈਜ਼ੈਂਟ ਹੋਣਗੇ, ਵੱਡੇ ਵੱਡੇ ਬੋਲਡਰਸ, ਪੱਥਰ ਵੱਡੇ ਵੱਡੇ ਪ੍ਰੈਜ਼ੈਂਟ ਹੋਣਗੇ, ਜਾਂ ਫਿਰ ਹੋਰ ਕੋਈ ਅਦਰ ਅਬਸਟਰਕਸ਼ਨ, ਕੋਈ ਵੀ ਹੋਰ ਇੱਦਾਂ ਦੀ ਵਿਪਦਾ, ਜਾਂ ਫਿਰ ਰਸਤੇ 'ਚ ਇੱਦਾਂ ਦਾ ਕੋਈ ਰਸਤੇ ਇਨ ਦਾ ਸੈਂਸ ਕਿ ਸੋਇਲ ਦੇ ਵਿੱਚ ਕੋਈ ਮੰਨ ਲਓ ਵੱਡੇ ਵੱਡੇ ਪੱਥਰ ਪਏ ਆ ਜਾਂ ਕੋਈ ਹੋਰ ਅਬਸਟਰਕਸ਼ਨ ਪਿਆ ਹੋਇਆ, ਉਸ ਜਗ੍ਹਾ ਦੇ ਉੱਤੇ ਇਹ ਵਾਲੀ ਜਿਹੜੀ ਔਗਰ ਬੋਰਿੰਗ ਆ ਨਹੀਂ ਯੂਜ਼ ਹੋ ਸਕਦੀ। ਕਹਿੰਦੇ ਯੂਜ਼ਡ ਫॉर ਇਨਵੈਸਟੀਗੇਸ਼ਨ ਆਫ ਹਾਈਵੇਜ਼। ਇਹ ਜਦੋਂ ਅਸੀਂ ਹਾਈਵੇਜ਼ ਇਨਵੈਸਟੀਗੇਸ਼ਨ ਕਰਦੇ ਹਾਂ ਉੱਥੇ ਯੂਜ਼ ਹੋ ਸਕਦੀ ਹੈ, ਰੇਲਵੇਜ਼ 'ਤੇ ਯੂਜ਼ ਹੋ ਸਕਦੀ ਹੈ, ਏਅਰਫੀਲਡਸ ਦੇ ਉੱਤੇ ਯੂਜ਼ ਹੋ ਸਕਦੀ ਹੈ, ਵੇਅਰ ਦੀ ਡੈਪਥ ਆਫ ਐਕਸਪਲੋਰੇਸ਼ਨ ਇਜ਼ ਸਮੋਲ, ਠੀਕ ਆ? ਔਰ ਜਿੱਥੇ ਡੈਪਥ ਆਫ ਐਕਸਪਲੋਰੇਸ਼ਨ ਜਿਹੜੀ ਹੈਗੀ ਆ ਸਮੋਲ ਹੋਵੇ, ਮਤਲਬ ਘੱਟ ਡੈਪਥ ਤੱਕ ਹੀ ਸਾਨੂੰ ਉਹ ਜਿਹੜੀ ਸਾਨੂੰ ਰਿਕੁਆਇਰਡ ਸੋਇਲ ਚਾਹੀਦੀ ਆ ਉੱਥੋਂ ਮਿਲ ਜਾਵੇ, ਇਹ ਉੱਥੇ ਤੱਕ ਹੀ ਯੂਜ਼ ਹੋਊਗੀ। ਇਹਨੂੰ ਕਹਿੰਦੇ ਆ ਔਗਰ ਬੋਰਿੰਗ, ਠੀਕ ਆ ਜੀ? ਅੱਗੇ ਚੱਲਦੇ ਹਾਂ। ਅੱਗੇ ਕਹਿੰਦੇ ਵੋਸ਼ ਬੋਰਿੰਗ। ਵੋਸ਼ ਬੋਰਿੰਗ ਕੀ ਹੈਗੀ ਆ? ਵੋਸ਼ ਬੋਰਿੰਗ ਦੇ ਵਿੱਚ ਕੀ ਆਉਂਦਾ? ਕਹਿੰਦੇ ਵੋਸ਼ ਬੋਰਿੰਗ ਇਜ਼ ਡਨ ਇਨ ਪ੍ਰੈਕਟੀਕਲੀ all ਟਾਈਪਸ ਆਫ ਸੋਇਲ। all ਟਾਈਪਸ ਆਫ ਸੋਇਲਸ ਦੇ ਲਈ ਹੀ ਆ ਜਾਂਦਾ, ਐਕਸੈਪਟ ਹਾਰਡ ਐਂਡ ਸੀਮੈਂਟਡ ਸੋਇਲ ਔਰ ਰੌਕ। ਸਿਰਫ ਜਿੱਥੇ ਹਾਰਡ ਔਰ ਸੀਮੈਂਟਡ ਰੌਕਸ ਔਰ ਸੋਇਲ ਹੋਣ ਉੱਥੇ ਅਸੀਂ ਵੋਸ਼ ਬੋਰਿੰਗ ਨਹੀਂ ਕਰ ਸਕਦੇ। ਇਟ ਕੈਨ ਨਾਟ ਬੀ ਯੂਜ਼ਡ ਐਫੀਸ਼ੀਐਂਟਲੀ ਇਨ ਹਾਰਡ ਸੋਇਲਸ, ਸੇਮ ਹੀ ਹੈ। ਰੌਕਸ ਐਂਡ ਦ ਸੋਇਲਸ ਕੰਟੇਨਿੰਗ ਬੋਲਡਰਸ। The method is not suitable for taking good quality undisturbed samples, ਠੀਕ ਹੈ? ਇਹ ਮੈਥਡ ਦੇ ਵਿੱਚ ਸਾਨੂੰ ਕੀ ਹੁੰਦਾ ਆ, ਜਦੋਂ ਮੰਨ ਲਓ ਸਾਨੂੰ ਗੁੱਡ ਕੁਆਲਿਟੀ ਅਨਡਿਸਟਰਬਡ ਸੋਇਲਸ, ਅਨਡਿਸਟਰਬਡ ਔਰ ਡਿਸਟਰਬਡ ਸੋਇਲ ਕੀ ਹੁੰਦਾ? ਡਿਸਟਰਬ ਸੋਇਲ ਮੀਨਸ ਕਿ ਮੰਨ ਲਓ ਅਸੀਂ ਪੁੱਟਦੇ ਟਾਈਮ ਅਸੀਂ ਸੋਇਲ ਦੇ, ਹੁਣ ਸਾਨੂੰ ਤਾਂ ਪਾਰਟੀਕਲਸ ਚਾਹੀਦੇ ਆ ਜੋ ਮੇਨ ਜੋ ਅਸਲੀਅਤ ਦੇ ਵਿੱਚ ਸੋਇਲ ਦੀਆਂ ਪ੍ਰੋਪਰਟੀਜ਼ ਹੈਗੀਆਂ ਸਾਨੂੰ ਉਹ ਚਾਹੀਦੀਆਂ। ਲੇਕਿਨ ਜਦੋਂ ਅਸੀਂ ਉਹਨੂੰ ਬੋਰਿੰਗ ਕਰਾਂਗੇ, ਮੰਨ ਲਓ ਅਸੀਂ ਪੁੱਟਦੇ ਪਏ ਹਾਂ, ਅਗਰ ਅਸੀਂ ਉਹਦੀ ਸਾਰੀਆਂ ਪ੍ਰੋਪਰਟੀਜ਼ ਹੀ ਹਿਲਾ ਦਿੱਤੀਆਂ ਹੈ ਨਾ, ਅਸੀਂ ਉਹਨੂੰ ਜ਼ਬਰਦਸਤੀ ਅਗਰ ਅਸੀਂ ਉਹਨਾਂ ਜ਼ੋਰ ਜ਼ੋਰ ਦੇ ਨਾਲ ਪੁੱਟਦੇ ਪਏ ਹਾਂ, ਉਹਦੀਆਂ ਪ੍ਰੋਪਰਟੀਜ਼ ਬਿਖਰ ਰਹੀਆਂ ਜਾਂ ਕੁਛ ਵੀ ਇੱਦਾਂ ਦਾ, ਤਾਂ ਅਗਰ ਡਿਸਟਰਬ ਹੋ ਜਾਵੇ ਉਹਨੂੰ ਕਹਿ ਦਿੰਦੇ ਆਪਾਂ ਡਿਸਟਰਬ ਹੋਣਾ। ਅਨਡਿਸਟਰਬ ਮਤਲਬ ਜਿਵੇਂ ਦਾ ਉੱਥੋਂ ਇਸ ਤਰ੍ਹਾਂ ਮੰਨ ਲਓ ਸੋਇਲ ਆ ਔਰ ਇੱਥੋਂ ਇਸ ਤਰ੍ਹਾਂ ਹੋਲ ਕਰਕੇ ਇੱਦਾਂ ਹੀ ਚੱਕ ਕੇ ਇੱਦਾਂ ਹੀ ਅਸੀਂ ਉਹਦਾ ਟੈਸਟ ਕਰ ਲਿਆ ਔਰ ਜੋ ਐਕਚੁਅਲ ਪ੍ਰੋਪਰਟੀਜ਼ ਆ ਫਿਰ ਸਾਨੂੰ ਉਹ ਮਿਲ ਜਾਣਗੀਆਂ, ਉਹਨੂੰ ਅਸੀਂ ਕਹਿੰਦੇ ਹਾਂ ਅਨਡਿਸਟਰਬ ਸੋਇਲਸ, ਠੀਕ ਆ? ਕਹਿੰਦੇ ਦਿਸ ਮੈਥਡ ਇਜ਼ ਨੋਟ ਸੁਟੇਬਲ। ਇਹ ਮੈਥਡ ਉੱਥੇ ਸੁਟੇਬਲ ਨਹੀਂ ਆ ਜਿੱਥੇ ਸਾਨੂੰ ਬਿਲਕੁਲ ਅਨਡਿਸਟਰਬ ਸੋਇਲ ਚਾਹੀਦੀ ਹੋਵੇ,
ठीक है। कहते सैंपल्स अबव ग्राउंड वाटर टेबल एज द वॉश वाटर एंटर्स द स्ट्रेटा बिलो द बॉटम ऑफ द होल एंड कोज एन इंक्रीज इन इट्स वाटर कंटेंट। बाकी कुछ भी तुहानूं ध्यान देने की जरूरत नहीं है भी की हो रहा की नहीं हो रहा, बस इन्ना पता होना चाहिए कि वॉश बोरिंग जिहड़ी हैगी आ ऑल टाइप्स सॉइल्स के लिए है। और सैकेंड सानूं पता होना चाहिए कि ये उत्थे नहीं यूज होगी जिथे हार्ड सॉइल्स आ, रॉक्स एंड सॉइल द कंटेनिंग बोल्डर्स आ, जां फिर मैथड ये उत्थे सुटेबल नहीं होगी जिथे सानूं अनडिस्टर्ब्ड सॉइल सैंपल्स चाहिए आ उत्थे। दैट्स इट, इस तो ज़्यादा ध्यान देने की जरूरत नहीं है। आ देखो अगर इहदे विच हुण देखो इत्थे साडे कोल आ सरफेस एरिया, ठीक, आ साडे कोल सरफेस आ जिथों असीं पुट करना और कितनी डैप्थ तक नीचे जा रहे हैं। जदों असीं इन्नी डैप्थ तक नीचे जाओगे जो सॉइल सैंपल आ अपने आप ही डिस्टर्ब हो जाना, ठीक है, क्योंकि असीं इहनूं उपर लैके आना, वो कंप्रैस भी होगा, फिर बाहर आऊगा, फिर वो स्वैल हो जाना। अगर वाटर होया तो फिर उहदे विच होर प्रॉपर्टीज आ जाऊगियां, है ना। सो ਉਹ इस चीज़ करके ही डिस्टर्ब सॉइल हो जाऊगा। ਅੱਗੇ ਆਉਂਦਾ ਸਾਡੇ ਕੋਲ ਪਰਕਸ਼ਨ ਬੋਰਿੰਗ। ਪਰਕਸ਼ਨ ਬੋਰਿੰਗ ਦੇ ਵਿੱਚ ਕੀ ਹੁੰਦਾ, ਕਹਿੰਦੇ ਯੂਜ਼ਡ ਫॉर ਮੇਕਿੰਗ ਹੋਲਸ ਇਨ ਰੌਕਸ। ਇਹਦੇ ਵਿੱਚ ਅਸੀਂ ਰੌਕਸ ਦੇ ਵਿੱਚ ਜਦੋਂ ਅਸੀਂ ਹੋਲਸ ਕਰਨੇ ਆ ਉਹਦੇ ਲਈ ਯੂਜ਼ ਹੁੰਦਾ। ਬੋਲਡਰਸ ਐਂਡ ਅਦਰ ਹਾਰਡ ਸਟ੍ਰੈਟਾ, ਉਹਦੇ ਲਈ ਅਸੀਂ ਪਰਕਸ਼ਨ ਬੋਰਿੰਗ ਯੂਜ਼ ਕਰਦੇ ਹਾਂ। ਬੈਸਟ ਸੁਟੇਬਲ ਫॉर ਬੋਲਡਰ, ਗ੍ਰੈਵਲ, ਸਟ੍ਰੈਟਮ ਐਂਡ ਫॉर all types of soil rocks, difficult in loose sand। ਜਦੋਂ ਲੂਜ਼ ਸੈਂਡ ਹੋਗੀ ਅਸੀਂ ਉੱਥੇ ਯੂਜ਼ ਨਹੀਂ ਕਰ ਪਾਉਂਗੇ। ਦੇਖੋ more expensive than other methods, not possible to get good quality undisturbed samples, it can be used for all types of materials। percussion borings ਦੇ ਵਿੱਚ ਦੇਖ ਲਓ, ਪਹਿਲਾਂ ਸਾਡੇ ਕੋਲ ਪਿਕਚਰ ਹੈ, ਪਿਕਚਰ ਦੇ ਵਿੱਚ ਤੁਸੀਂ ਅਗਰ ਧਿਆਨ ਨਾਲ ਦੇਖੋ, ਦੇਖੋ ਸਾਡੇ ਕੋਲ ਵੇਟ ਅ ਮਿੰਟ, ਦੇਖੋ ਸਾਡੇ ਕੋਲ ਇਹ ਸਾਡਾ ਸੋਇਲ ਦਾ ਸਰਫੇਸ, ਇਹ ਸਾਡਾ ਸੋਇਲ ਦਾ ਸਰਫੇਸ ਹੈ ਔਰ ਇਹ ਨੀਚੇ ਇਸ ਤਰ੍ਹਾਂ ਜਾ ਕੇ ਅਸੀਂ ਇੱਕ ਸੋਇਲ ਦਾ ਸੈਂਪਲ ਕਲੈਕਟ ਕਰ ਰਹੇ ਹਾਂ। ਇੰਨੀ ਜ਼ਿਆਦਾ ਡੈਪਥ ਵਿੱਚ ਜਾ ਰਹੇ ਹਾਂ। ਇੱਕ ਤਾਂ ਦੇਖੋ ਇਹ ਬਹੁਤ ਮਹਿੰਗਾ ਪ੍ਰੋਸੈਸ ਆ, ਠੀਕ ਆ, ਇੱਕ ਇਹ ਰੌਕਸ ਦੇ ਉੱਤੇ ਹੋਊਗਾ, ਠੀਕ, ਇੱਕ ਤਾਂ ਇਹ ਬਹੁਤ ਮਹਿੰਗਾ ਪ੍ਰੋਸੈਸ ਆ। ਹੁਣ ਇੱਕ ਕੀ ਹੈਗਾ ਕਿ ਯੂਜ਼ਡ ਫॉर ਮੇਕਿੰਗ ਹੋਲਸ ਇਨ ਰੌਕਸ, ਬੋਲਡਰਸ ਐਂਡ ਅਦਰ ਸਟ੍ਰੈਟਮ, ਬੈਸਟ ਸੁਟੇਬਲ ਫॉर ਬੋਲਡਰ, ਗ੍ਰੈਵਲ ਸਟ੍ਰੈਟਮ ਦੇ ਲਈ ਉੱਥੇ ਲਈ, ਔਰ ਇੱਕ ਸਾਰੀਆਂ ਟਾਈਪਸ ਆਫ ਸੋਇਲ ਜਾਂ ਰੌਕਸ ਦੇ ਲਈ ਇੰਪੋਰਟੈਂਟ ਹੈ। ਮੇਨ ਚੀਜ਼ ਕਿ ਇਹ ਡਿਫਿਕਲਟ ਜਦੋਂ ਲੂਜ਼ ਸੈਂਡ ਹੈ ਨਾ, ਫਿਰ ਇਹਦੇ ਵਿੱਚ ਮਤਲਬ ਕਵਰ ਹੀ ਨਹੀਂ ਹੋਊਗਾ ਇਸ ਏਰੀਆ ਦੇ ਵਿੱਚ, ਤੇ ਉੱਥੇ ਇਹ ਫੇਲ ਹੋ ਜਾਊਗਾ। ਕਿਤੇ ਮੋਰ ਐਕਸਪੈਂਸਿਵ ਦੈਨ ਅਦਰ ਮੈਥਡਸ, ਬਾਕੀਆਂ ਦੇ ਵਿੱਚ ਸਾਨੂੰ ਇੱਕ ਹੈਂਡ ਟੂਲ, ਅਗਰ ਇੱਕ ਹੈਂਡ ਐਕਸਸ ਹੋਏਗਾ ਤਾਂ ਅਸੀਂ ਇਹਨਾਂ 'ਚ ਕੰਮ ਕਰ ਸਕਦੇ ਹਾਂ, ਲੇਕਿਨ ਇਹ ਵਾਲਾ ਜਿਹੜਾ ਕਾਫੀ ਮਹਿੰਗਾ ਹੈਗਾ, ਇਸ ਕਰਕੇ ਇਹ ਬਾਕੀਆਂ ਨਾਲੋਂ ਐਕਸਪੈਂਸਿਵ ਹੈ। नॉट पॉसिबल टू गेट क्वालिटी अनडिस्टर्ब्ड सैंपल्स, सेम चीज़ सारे डिस्टर्ब हो चुके थे। इट कैन बी यूज्ड फॉर ऑल टाइप्स ऑफ सॉइल्स, ठीक है जी। अगे चलो, अगे कहते हैं रोटरी बोरिंग। रोटरी बोरिंग दे विच ला मैं तुहानूं, ठीक है जी, अगे देखो ਅਸੀਂ ਕਰ ਰਹੇ ਹਾਂ ਰੋਟਰੀ ਬੋਰਿੰਗ। ਰੋਟਰੀ ਬੋਰਿੰਗ ਦੇ ਵਿੱਚ ਕੀ ਹੈਗਾ, ਕਹਿੰਦੇ ਕੈਨ ਬੀ ਯੂਜ਼ਡ ਇਨ ਕਲੇ, ਸੈਂਡੀ, 올 ਸੋਇਲਸ ਐਕਸੈਪਟ ਰੌਕਸ। ਰੌਕਸ ਤੋਂ ਇਲਾਵਾ ਹਰ ਸੋਇਲ ਦੇ ਲਈ ਇਹ ਸੁਟੇਬਲ ਹੈਗਾ। ਬੇਸਿਕਲੀ ਜ਼ਿਆਦਾ ਕਲੇਈ ਔਰ ਸੈਂਡੀ ਸੋਇਲ ਦੇ ਲਈ ਇਹ ਇੰਪੋਰਟੈਂਟ ਹੈ। ਇਨ ਦਿਸ ਟਾਈਪ ਆਫ ਬੋਰਿੰਗ ਡਾਇਮੰਡ ਬਿਟਸ ਆਰ ਯੂਜ਼ਡ, ਠੀਕ ਆ, ਸੁਟੇਬਲ ਫॉर ਸੋਇਲਸ ਰੈਜ਼ਿਸਟੈਂਸ ਟੂ ਔਗਰ ਐਂਡ ਵਾਸ਼ ਬੋਰਿੰਗ, ਠੀਕ। ਇਹਨੂੰ ਇੰਨਾ ਜ਼ਿਆਦਾ ਧਿਆਨ ਦੇਖਣ ਦੀ ਜ਼ਰੂਰਤ ਨਹੀਂ ਹੈਗੀ, ਸਿੰਪਲ ਇੰਨਾ ਯਾਦ ਕਰ ਲਓ ਕਿ ਇਹ ਜਿਹੜਾ ਹੈਗਾ ਕਲੇ ਸੈਂਡ ਸੋਇਲਸ ਦੇ ਲਈ ਯੂਜ਼ ਕੀਤਾ ਜਾਂਦਾ ਔਰ ਐਕਸੈਪਟ ਰੌਕਸ ਤੋਂ ਇਲਾਵਾ, ਠੀਕ ਹੈ। ਬਾਕੀ ਇਹਦੇ ਵਿੱਚ ਕੁਛ ਹੋਰ ਨਹੀਂ ਦੇਖਣਾ। ਅੱਗੇ ਦੇਖੋ ਕਹਿੰਦੇ ਟਾਈਪਸ ਆਫ ਸੋਇਲ ਸੈਂਪਲਸ। ਸੋਇਲ ਸੈਂਪਲਸ ਦੇ ਕੀ ਟਾਈਪਸ ਆ, ਮੈਂ ਤੁਹਾਨੂੰ ਦੱਸ ਵੀ ਚੁੱਕੀ ਹਾਂ ਪਿੱਛੇ। ਸਾਡੇ ਕੋਲ ਦੋ ਟਾਈਪਸ ਦੀਆਂ ਆਉਂਦੀਆਂ ਹੈਗੀਆਂ। ਫਸਟ ਹੈਗੀ ਸਾਡੇ ਕੋਲ ਡਿਸਟਰਬਡ ਸੈਂਪਲਸ, ਸੈਕਿੰਡ ਹੈ ਅਨਡਿਸਟਰਬਡ ਸੈਂਪਲਸ। ਡਿਸਟਰਬਡ ਸੈਂਪਲ ਕੀ ਹੁੰਦੀ ਆ, ਇੱਕ ਵਾਰੀ ਦੇਖ ਲਈਏ। ਕਹਿੰਦੇ these are the samples in which the natural structure of the soil gets disturbed during sampling। ਉਹੀ ਚੀਜ਼ ਕਿ ਜਦੋਂ ਅਸੀਂ ਸੈਂਪਲਿੰਗ ਕਰ ਰਹੇ ਹੋਈਏ ਤਾਂ ਉਸ ਟਾਈਮ ਜੋ ਇਹ ਵਾਲੀ ਸੋਇਲ ਆ ਬਿਲਕੁਲ ਡਿਸਟਰਬਡ ਹੋ ਗਈ ਹੋਵੇ, ਨੈਚੁਰਲ ਸਟਰਕਚਰ ਜਿਹੜੀ ਹੈਗੀ ਉਹ ਸਾਨੂੰ ਨਾ ਮਿਲੇ, ਤਾਂ ਅਸੀਂ ਉਹਨੂੰ ਕਹਿੰਦੇ ਆ ਇਹ ਕਿ ਡਿਸਟਰਬਡ ਸੈਂਪਲ। ਕਹਿੰਦੇ ਡਿਸਟਰਬਡ ਸੋਇਲਸ ਕੈਨ ਬੀ ਯੂਜ਼ ਟੂ ਡਿਟਰਮਾਈਨ ਦ ਇੰਡੈਕਸ ਪ੍ਰੋਪਰਟੀਜ਼ ਆਫ ਦ ਸੋਇਲ। ਇੰਡੈਕਸ ਪ੍ਰੋਪਰਟੀਜ਼ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਦੱਸ ਹੀ ਚੁੱਕੀ ਹਾਂ ਕਿ ਕੀ ਹੁੰਦਾ ਹੈ,
ठीक है, सच एज ग्रेन साइज प्लास्टिसिटी करैक्टरिस्टिक्स सानू डिस्टर्ब्ड सोइल दे विच कैन बी यूज टू डिटरमाइन द इंडेक्स प्रॉपर्टीज ऑफ द सोइल। ठीक, अगर सानू पता ही नहीं चलेगा कि ਉਹਦੀਆਂ ਪ੍ਰੋਪਰਟੀਜ਼ ਕੀ ਹੈਗੀਆਂ, ਉਹਦੀ ਇੰਡੈਕਸ ਪ੍ਰੋਪਰਟੀਜ਼ ਕੀ ਹੈਗੀਆਂ, ਉਹਦੀ ਪਲਾਸਟਿਸਿਟੀ ਕਿੰਨੀ ਹੈਗੀ, ਉਹਦੀ ਗ੍ਰੇਨ ਸਾਈਜ਼ ਕੀ ਹੈ, ਸਪੈਸੀਫਿਕ ਗ੍ਰੈਵਿਟੀ ਕਿੰਨੀ ਹੈ, ਤਾਂ ਫਿਰ ਉਹ ਸਾਡੇ ਲਈ ਸੈਂਪਲ ਲੈਣ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਉਹਨੂੰ ਅਸੀਂ ਕਹਿੰਦੇ ਹਾਂ ਡਿਸਟਰਬਡ ਸੈਂਪਲਸ। ਠੀਕ ਆ, ਯਾਨੀ ਕਿ ਫਿਰ ਸਾਨੂੰ ਪਤਾ ਰਹਿੰਦਾ ਕਿ ਹਾਂ ਇਹ ਡਿਸਟਰਬਡ, ਠੀਕ, ਇਹਦੇ ਵਿੱਚ ਥੋੜ੍ਹੀ ਬਹੁਤੀ ਪ੍ਰੋਪਰਟੀਜ਼ ਜਿਹੜੀਆਂ ਉਹ ਚੇਂਜ ਹੋਈਆਂ ਹੋਣਗੀਆਂ। ਅੱਗੇ ਆ ਸਾਡੇ ਕੋਲ ਅਨਡਿਸਟਰਬਡ ਸੈਂਪਲਸ। ਕਹਿੰਦੇ these are the samples in which the natural structures of the soil and the water content are retained with ਅੱਛਾ ਬਸ ਇੰਨਾ ਕੀ ਹੈ ਸ਼ਾਇਦ ਆਰ retained ਅਨਡਿਸਟਰਬਡ ਸੋਇਲ ਦੇ ਵਿੱਚ ਉਹੀ ਕਿ ਇਹਦੇ ਵਿੱਚ ਜਿਹੜੇ ਸਾਡੇ ਕੋਲ ਨੈਚੁਰਲ ਸਟਰਕਚਰ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਬਿਲਕੁਲ ਵੀ ਛੇੜਛਾੜ ਨਹੀਂ ਹੋਈ ਹੋਊਗੀ, ਜਿਸ ਤਰ੍ਹਾਂ ਹੋਊਗੀ ਉਸ ਤਰ੍ਹਾਂ ਸਾਨੂੰ ਐਜ਼ ਇਟ ਇਜ਼ ਮਿਲ ਜਾਂਦੀ ਹੈ, ਉਹਨੂੰ ਕਹਿੰਦੇ ਆਪਾਂ ਅਨਡਿਸਟਰਬਡ ਸੋਇਲ ਸੈਂਪਲ। ਠੀਕ ਹੈ, ਅੱਗੇ ਚਲੋ। ਅੱਗੇ ਕਹਿੰਦੇ ਡਿਜ਼ਾਈਨ ਫੀਚਰਸ ਅਫੈਕਟਿੰਗ ਦੀ ਸੈਂਪਲ ਡਿਸਟਰਬੈਂਸ। ਸਾਡੇ ਕੋਲ ਆਹ ਵਾਲਾ ਫਾਰਮੂਲਾ ਜੋ ਹੈਗਾ ਇਹ ਕਾਫੀ ਇੰਪੋਰਟੈਂਟ ਆ, ਤੁਹਾਨੂੰ ਇਹ ਪੇਪਰ 'ਚ ਦਿਖੇਗਾ। ਠੀਕ ਆ, ਡਿਜ਼ਾਈਨ ਫੀਚਰ ਅਫੈਕਟਿੰਗ ਦਾ ਡਿਸਟਰਬੈਂਸ, ਜਦੋਂ ਸੋਇਲ ਸੈਂਪਲ ਜਿਹੜਾ ਹੈਗਾ ਸਾਡਾ ਡਿਸਟਰਬ ਹੁੰਦਾ ਉਹਦੇ ਲਈ ਡਿਜ਼ਾਈਨ ਫੀਚਰਸ ਆ। ਡਿਫਰੈਂਟ ਮੈਥਡਸ ਆਫ ਸੋਇਲ ਐਕਸਪਲੋਰੇਸ਼ਨ ਫੋਰ ਸਟੱਡੀ ਆਫ ਸੋਇਲ ਪ੍ਰੋਫਾਈਲ ਆਰ ਸਟੈਂਪਲ ਡਿਸਟਰਬੈਂਸ। ਇਨਸਾਈਡ ਕਲੀਅਰੈਂਸ ਦੇ ਵਿੱਚ ਕੀ ਆਉਂਦਾ ਹੈਗਾ ਸਾਡੇ ਕੋਲ ਫਾਰਮੂਲਾ ਸਾਡੇ ਕੋਲ d2 ਮਾਈਨਸ d1 ਡਿਵਾਈਡ ਬਾਈ d1 ਮਲਟੀਪਲਾਈ 100। ਠੀਕ, ਕਾਫੀ ਇੰਪੋਰਟੈਂਟ ਫਾਰਮੂਲਾ, ਤੁਹਾਨੂੰ ਐਗਜ਼ੈਕਟਲੀ ਇਸੇ ਤਰ੍ਹਾਂ ਹੀ ਪੁੱਛ ਲਓਗੇ ਫਾਰਮੂਲਾ ਇਹਦਾ। ਕਹਿੰਦੇ ਇਨਸਾਈਡ ਕਲੀਅਰੈਂਸ ਰੇਸ਼ੋ ਕੀ ਹੁੰਦੀ ਹੈ, ਕਹਿੰਦੇ ਡਿਫਾਈਨਡ ਐਜ਼ ਦੀ ਰੇਸ਼ੋ ਆਫ ਦੀ ਡਿਫਰੈਂਸ ਇਨ ਇਨਸਾਈਡ ਡਾਇਆਮੀਟਰ ਆਫ ਦ ਕਟਿੰਗ ਐਜ। ਜੋ ਸਾਡੇ ਕੋਲ ਇਨਸਾਈਡ ਡਾਇਆਮੀਟਰ ਹੋਊਗਾ ਕਟਿੰਗ ਐਜ ਦਾ ਉਹ, ਔਰ ਐਂਡ ਦਾ ਸੈਂਪਲਰ ਟੂ ਦੀ ਇਨਸਾਈਡ ਡਾਇਆਮੀਟਰ ਆਫ ਦ ਕਟਿੰਗ ਐਜ। ਠੀਕ ਆ, ਮਲਟੀਪਲਾਈਡ ਬਾਈ 100, ਉਹਨੂੰ ਅਸੀਂ ਕਹਿ ਦਿੰਦੇ ਹਾਂ ਇਨਸਾਈਡ ਕਲੀਅਰੈਂਸ। ਅੱਗੇ ਦੇਖੋ ਕਹਿੰਦੇ ਏਰੀਆ ਰੇਸ਼ੋ ਕੀ ਹੈਗਾ, ਏਰੀਆ ਰੇਸ਼ੋ ਦੇ ਵਿੱਚ d2 ਸਕੁਅਰ ਮਾਈਨਸ d1 ਸਕੁਅਰ ਡਿਵਾਈਡ ਬਾਈ d1 ਮਲਟੀਪਲਾਈ 100। ਇਹ ਹੈ ਸਾਡੇ ਕੋਲ ਸੈਂਪਲਰ। ਦੇਖੋ ਕਿਵੇਂ ਸਾਡੇ ਕੋਲ ਆਹ ਵਾਲਾ ਜਿਹੜਾ ਹੈਗਾ ਇਸੇ ਪੋਰਸ਼ਨ ਨੂੰ ਹੀ ਇਸ ਤਰ੍ਹਾਂ ਜ਼ੂਮ ਕਰਕੇ ਦਿਖਾਇਆ ਗਿਆ ਹੈ ਕਿ ਸਾਡੇ ਕੋਲ ਜੋ ਆਹ ਵਾਲਾ ਦੇਖੋ ਇਹ ਜਿਹੜਾ ਸਾਡਾ ਡਿਗਿੰਗ ਪਾਰਟ ਹੈ ਇਹ ਉਹ ਆ, ਇਹਦੇ ਵਿੱਚ ਕੀ ਆਉਂਦਾ ਸਾਡੇ ਕੋਲ ਜੋ ਇਹ ਵਾਲਾ ਲਾਰਜ ਪੋਰਸ਼ਨ ਹੈ ਇਹ ਵਾਲਾ ਔਰ ਇਹ ਵਾਲਾ, ਇਹ ਸਾਡੇ ਕੋਲ ਉਹਨੇ ਦੱਸਿਆ ਹੋਇਆ d2 ਜੋ ਕਿ ਆਊਟਰ ਸਾਈਡ ਹੈ d2। ਜੋ ਇਹ ਸੈਂਟਰ ਵਾਲਾ ਹੈ ਇਹ ਵਾਲਾ ਪੋਰਸ਼ਨ, ਇੱਕ ਮੈਂ ਸਾਫ਼ ਕਰਕੇ ਦਿਖਾ ਦਿੰਦੀ ਹਾਂ। ਦੇਖੋ ਜੋ ਸਾਡੇ ਕੋਲ ਇਹ ਵਾਲਾ ਆਊਟਰ ਹੈ ਇਹ ਸਾਡੇ ਕੋਲ d2 ਆ, ਇਹ ਜੋ ਸਾਡਾ ਇਨਰ ਆ ਜਿਹਨੂੰ ਅਸੀਂ ਇਨਸਾਈਡ ਕਲੀਅਰੈਂਸ ਕਹਿੰਦੇ ਆ ਉਹ ਸਾਡੇ ਕੋਲ d1 ਹੈ। ਠੀਕ ਹੈ, ਆ ਮੈਂ ਪਿਛਲੀ ਸਲਾਈਡ ਦੇ ਵਿੱਚ ਸ਼ਾਇਦ d2 ਬੋਲ ਦਿੱਤਾ, ਇੱਥੇ ਸਾਡੇ ਕੋਲ d3 ਸੀਗਾ, d3 ਮਾਈਨਸ d1 ਡਿਵਾਈਡ ਬਾਈ d1। ਦੇਖੋ ਧਿਆਨ ਰੱਖਿਓ ਲਿਖਿਆ ਸਹੀ ਹੋਇਆ, ਮੈਂ ਹੀ ਗਲਤ ਬੋਲ ਗਈ। ਠੀਕ, ਸੋ ਸਾਡੇ ਕੋਲ ਇਹ ਵਾਲਾ ਦੇਖੋ ਇਹਦਾ ਇਨਰ ਜੋ ਡਾਇਆ ਹੈ ਇਹ ਕਿੰਨਾ ਹੈਗਾ d3, ਉਹ ਜਿਹੜਾ ਆਊਟਰ ਡਾਇਆ ਹੈਗਾ ਉਹ ਹੈਗਾ d4। ਠੀਕ, ਇਹ ਸੈਂਪਲਿੰਗ ਟਿਊਬ ਆ, ਇਹਦਾ ਕਟਿੰਗ ਐਜ ਆ ਇਸ ਤਰ੍ਹਾਂ। ਠੀਕ, ਇੱਥੋਂ ਖਿਆਲ ਰੱਖਣਾ। ਹੁਣ ਏਰੀਆ ਰੇਸ਼ੋ ਦਾ ਫਾਰਮੂਲਾ ਕੀ ਹੈਗਾ d2 ਸਕੁਅਰ ਮਾਈਨਸ d1 ਡਿਵਾਈਡ ਬਾਈ d1 ਮਲਟੀਪਲਾਈ 100, ਇਹਨੂੰ ਖਿਆਲ 'ਚ ਰੱਖਣਾ। ਇਨਸਾਈਡ ਕਲੀਅਰੈਂਸ ਦਾ ਫਾਰਮੂਲਾ d3 ਮਾਈਨਸ d1 ਡਿਵਾਈਡ ਬਾਈ d1 ਮਲਟੀਪਲਾਈ 100, ਔਰ ਆਊਟਸਾਈਡ ਕਲੀਅਰੈਂਸ ਦਾ ਫਾਰਮੂਲਾ ਹੈਗਾ d2 ਮਾਈਨਸ d2 ਮਾਈਨਸ d4 ਡਿਵਾਈਡ ਬਾਈ d4 ਮਲਟੀਪਲਾਈ 100। ਇੱਕ ਚੀਜ਼ ਖਿਆਲ ਰੱਖਣੀ ਕਿ ਜੋ ਆਊਟਸਾਈਡ ਕਲੀਅਰੈਂਸ ਆ ਉਹ ਹਮੇਸ਼ਾ ਵੱਡੀ ਹੁੰਦੀ ਹੈ ਇਨਸਾਈਡ ਕਲੀਅਰੈਂਸ ਤੋਂ। ਠੀਕ, ਇਹ ਵਾਲੀ ਚੀਜ਼ ਤੁਹਾਨੂੰ ਓਬਜੈਕਟਿਵ ਦੇ ਵਿੱਚ ਕੁਐਸਚਨ ਬਣਾ ਕੇ ਪੁੱਛ ਸਕਦੇ ਆ ਕਿ ਆਊਟਸਾਈਡ ਕਲੀਅਰੈਂਸ ਜਿਹੜੀ ਹੈਗੀ ਆ ਉਹ ਹਮੇਸ਼ਾ ਗ੍ਰੇਟਰ ਹੋਊਗੀ ਇਨਸਾਈਡ ਕਲੀਅਰੈਂਸ ਤੋਂ। ਠੀਕ ਆ, ਇਹ ਸਾਰੇ ਤੁਹਾਨੂੰ ਓਬਜੈਕਟਿਵ ਦੇ ਵਿੱਚ ਇਸ ਤਰ੍ਹਾਂ ਕੁਐਸਚਨ ਇੱਕ ਮਾਰਕਸ ਤੇ ਪੁੱਛ ਸਕਦੇ, ਮਤਲਬ ਇੱਕ ਮਾਰਕਸ ਤੇ ਆਊਗਾ ਯਾਨੀ ਕਿ ਪੁੱਛ ਸਕਦੇ। ਠੀਕ, ਅੱਗੇ ਮੇਰੇ ਕੋਲ ਆ ਜਾਂਦਾ ਹੈਗਾ ਆ ਫੀਲਡ ਟੈਸਟ। ਫੀਲਡ ਟੈਸਟ ਦੇ ਵਿੱਚ ਕੀ ਹੁੰਦਾ, ਦ ਫੀਲਡ ਟੈਸਟ ਕੋਮਨਲੀ ਯੂਜ਼ਡ ਇਨ ਸਬ ਸਰਫੇਸ ਇਨਵੈਸਟੀਗੇਸ਼ਨ। ਠੀਕ, ਕਿਹੜੇ ਕਿਹੜੇ ਹੁੰਦੇ ਆ ਫੀਲਡ ਟੈਸਟ ਦੇ ਵਿੱਚ, ਜੀਓ ਫਿਜ਼ੀਕਲ ਮੈਥਡ, ਪੈਨੀਟ੍ਰੇਸ਼ਨ ਮੈਥਡ, ਪ੍ਰੈਸ਼ਰ ਮੀਟਰ ਟੈਸਟ, ਵੇਨ ਪੈਨੀਟ੍ਰੇਸ਼ਨ ਟੈਸਟ, ਪਲੇਟ ਲੋਡ ਟੈਸਟ। ਠੀਕ ਆ,
ਦੇਖੋ ਜੀਓਲੋਜੀਕਲ ਮੈਥਡ ਦੇ ਵਿੱਚ ਕੀ ਹੁੰਦਾ ਕਹਿੰਦੇ ਕੈਨ ਬੀ ਯੂਜ਼ਡ ਫॉर ਦੀ ਲੋਕੇਸ਼ਨ ਆਫ ਡਿਫਰੈਂਟ ਸਟ੍ਰੈਟਾ। ਜਿਓਫਿਜ਼ੀਕਲ ਦੇ ਵਿੱਚ ਕੀ ਹੁੰਦਾ ਕਿ ਅਸੀਂ ਯੂਜ਼ ਕਰਦੇ ਹਾਂ ਲੋਕੇਸ਼ਨ ਡਿਫਰੈਂਟ ਸਟ੍ਰੈਟਾ ਦੇ ਵਿੱਚ ਕਵਰਿੰਗ ਅ ਲਾਰਜ ਏਰੀਆ ਐਂਡ ਲਾਰਜ ਡੈਪਥ। ਜਿਓਫਿਜ਼ੀਕਲ मतलब कि ਆਪਾਂ ਇਹਦਾ ਸਾਈਟਸ ਵਗੈਰਾ ਤੇ ਕਰ ਸਕਦੇ ਹਾਂ ਔਰ ਲੋਕੇਸ਼ਨ ਕੁਛ ਇੱਦਾਂ ਦੀ ਜਿੱਥੇ ਯੂਜ਼ ਕਰਦੇ ਜਿੱਥੇ ਕਿ ਲੋਕੇਸ਼ਨ ਆਫ ਡਿਫਰੈਂਟ ਸਟ੍ਰੈਟਾ ਹੋਊਗਾ ਔਰ ਕਵਰਿੰਗ ਲਾਰਜ ਏਰੀਆ ਅਸੀਂ ਕਵਰ ਕਰ ਸਕਦੇ ਹਾਂ ਔਰ ਲਾਰਜ ਡੈਪਥ ਇਹਦੇ ਲਈ ਯੂਜ਼ ਕਰ ਸਕਦੇ ਹਾਂ। ਜਿਓਫਿਜ਼ੀਕਲ ਕੈਨ ਬੀ ਡਿਵਾਈਡਡ ਇਨਟੂ ਟੂ ਟਾਈਪਸ ਦੇ ਵਿੱਚ ਹੁੰਦੀ ਹੈ। ਇੱਕ ਹੁੰਦੀਆਂ ਹੈਗੀਆਂ ਸਿਸਮਿਕ ਮੈਥਡ, ਇੱਕ ਹੁੰਦਾ ਹੈ ਸਾਡੇ ਕੋਲ ਇਲੈਕਟ੍ਰੀਕਲ ਰਜਿਸਟਿਵਿਟੀ ਮੈਥਡ। ਠੀਕ ਆ ਇਹਨਾਂ ਨੂੰ ਅੱਗੇ ਫਰਦਰ ਪੜ੍ਹਨ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ, ਕੋਈ ਸਬਜੈਕਟ ਦੇ ਵਿੱਚ ਅਸੀਂ PhD ਨਹੀਂ ਕਰਨ ਬਹਿਣਾ ਹੈਗਾ। ਜਿੰਨਾ ਸਾਨੂੰ ਪੇਪਰ ਦੇ ਵਿੱਚ ਇੰਪੋਰਟੈਂਟ ਆ ਬਸ ਓਨਾ ਹੀ ਅਸੀਂ ਪੜ੍ਹਨਾ। ਕਿਹਦੀਆਂ ਦੋ ਟਾਈਪਸ ਆ, ਸਿਸਮਿਕ ਮੈਥਡ ਔਰ ਇਲੈਕਟ੍ਰੀਕਲ ਰਜਿਸਟਿਵਿਟੀ ਮੈਥਡ। ਔਰ ਜਿਓਫਿਜ਼ੀਕਲ ਮੈਥਡ ਦੇ ਵਿੱਚ ਕੀ ਹੁੰਦਾ ਹੈ ਕਿ ਕਵਰਿੰਗ ਲਾਰਜ ਏਰੀਆ ਔਰ ਲਾਰਜ ਡੈਪਥ ਔਰ ਕੈਨ ਬੀ ਯੂਜ਼ਡ ਫॉर ਲੋਕੇਸ਼ਨ ਆਫ ਡਿਫਰੈਂਟ ਸਟ੍ਰੈਟਾ। ਦੈਟਸ ਇਟ। ਪੈਨੀਟ੍ਰੇਸ਼ਨ ਮੈਥਡ ਦੇ ਵਿੱਚ ਕੀ ਹੁੰਦਾ ਕਹਿੰਦੇ ਮੇਜ਼ਰ ਦਾ ਰੈਜ਼ਿਸਟੈਂਸ ਆਫ ਸੋਇਲ ਸਟ੍ਰੈਟਾ ਟੂ ਪੈਨੀਟ੍ਰੇਸ਼ਨ ਔਰ ਇਹਦੇ ਵਿੱਚ ਫਰਦਰ 3 ਟਾਈਪਸ ਇਹ ਆਉਂਦੇ ਹੈਗੇ ਆ ਜਿਹਦੇ ਵਿੱਚ ਕੀ ਹੈਗਾ ਸਟੈਂਡਰਡ ਪੈਨੀਟ੍ਰੇਸ਼ਨ ਟੈਸਟ ਜਿਹਨੂੰ ਅਸੀਂ SPT ਕਹਿੰਦੇ ਆ, ਡਾਇਨਾਮਿਕ ਕੋਨ ਪੈਨੀਟ੍ਰੇਸ਼ਨ ਟੈਸਟ ਜਿਹਨੂੰ ਅਸੀਂ DCPT ਕਹਿੰਦੇ ਆ, ਸਟੈਟਿਕ ਕੋਨ ਪੈਨੀਟ੍ਰੇਸ਼ਨ ਟੈਸਟ ਜਿਹਨੂੰ ਅਸੀਂ SCPT ਕਹਿੰਦੇ ਆ। ਠੀਕ ਆ ਇਹਨਾਂ ਨੂੰ ਅਸੀਂ ਫਰਦਰ ਮਤਲਬ ਅਗਲੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਇਕੱਲੇ ਨੂੰ ਅਸੀਂ ਐਕਸਪਲੇਨ ਕਰਨਾ, ਇਸ ਕਰਕੇ ਮੈਨੂੰ ਇੱਥੇ ਨਹੀਂ ਕੀਤਾ। ਬਸ ਇੱਥੇ ਤੁਸੀਂ ਇੰਨਾ ਖਿਆਲ ਰੱਖਣਾ ਕਿ ਪੈਨੀਟ੍ਰੇਸ਼ਨ ਟੈਸਟ ਦੇ ਵਿੱਚ ਸਾਡੇ ਕੋਲ ਸਟੈਂਡਰਡ ਪੈਨੀਟ੍ਰੇਸ਼ਨ ਟੈਸਟ ਆਉਂਦਾ, ਡਾਇਨਾਮਿਕ ਕੋਨ ਪੈਨੀਟ੍ਰੇਸ਼ਨ ਟੈਸਟ ਆਉਂਦਾ ਔਰ ਸਟੈਟਿਕ ਕੋਨ ਪੈਨੀਟ੍ਰੇਸ਼ਨ SPT। ਠੀਕ ਹੈ ਬਸ ਇਹਨਾਂ ਨੂੰ ਅਸੀਂ ਖਿਆਲ ਰੱਖਣਾ, ਅੱਗੇ ਅਸੀਂ ਇਹਨਾਂ ਨੂੰ ਕਰਾਂਗੇ, ਡੋਂਟ ਵਰੀ। ਅੱਗੇ ਸਾਡੇ ਕੋਲ ਆਉਂਦੇ ਹੈਗੇ ਆ ਪ੍ਰੈਸ਼ਰ ਮੀਟਰ ਟੈਸਟ, ਵੇਨ ਪੈਨੀਟ੍ਰੇਸ਼ਨ ਟੈਸਟ, ਪਲੇਟ ਲੋਡ ਟੈਸਟ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸਾਡੇ ਕੋਲ ਟੈਸਟ ਕਰਾਂਗੇ ਤਾਂ ਆਪਾਂ ਇਹਨਾਂ ਨੂੰ ਬਿਲਕੁਲ ਐਕਸਪਲੇਨ ਕਰਕੇ ਕਰਾਂਗੇ, ਵਧੀਆ ਤਰੀਕੇ ਨਾਲ ਕਰਾਂਗੇ। ਸੋ ਇਹ ਸਾਡੇ ਕੋਲ ਸੀਗੀ ਸੋਇਲ ਐਕਸਪਲੋਰੇਸ਼ਨ। ਇਹਦੇ ਵਿੱਚ ਅਸੀਂ ਜੋ ਕਵਰ ਕੀਤਾ ਇਹਨੇ ਵਿੱਚ ਤੁਹਾਨੂੰ ਕੁਐਸਚਨ ਕਿੱਥੋਂ ਬਣ ਸਕਦੇ ਆ ਮੈਂ ਤੁਹਾਨੂੰ ਦੱਸ ਦਵਾਂ। ਇੱਕ ਸਾਡੇ ਕੋਲ ਬਣੇਗਾ ਸੋਇਲ ਐਕਸਪਲੋਰੇਸ਼ਨ ਕਿਹਨੂੰ ਕਹਿੰਦੇ ਆ, ਇੱਥੋਂ ਕੁਐਸਚਨ ਬਣ ਜਾਊਗਾ। ਇੱਕ ਸਾਡੇ ਕੋਲ ਬਣ ਜਾਊਗਾ ਕਿ ਮੈਥਡ ਆਫ ਐਕਸਪਲੋਰੇਸ਼ਨ ਜਿਹੜੀ ਹੈਗੀ ਇਹਦੇ ਵਿੱਚ ਪ੍ਰੀਲਿਮਿਨਰੀ ਸਟੇਜ ਔਰ ਡਿਟੇਲ ਸਟੇਜ ਹੋ ਗਿਆ। ਠੀਕ ਆ ਅੱਗੇ ਸਾਡੇ ਕੋਲ ਇਹਦੇ ਵਿੱਚ ਜੋ ਬੋਰਿੰਗ ਹੋਲਸ ਦੇ ਵਿੱਚ ਓਗਰ ਬੋਰਿੰਗ, ਵੋਸ਼ ਬੋਰਿੰਗ, ਰੋਟਰੀ ਬੋਰਿੰਗ, ਪ੍ਰੀਕਾਸ਼ਨ ਕੋਰਸ ਇਹਨਾਂ ਦੇ ਉੱਤੇ ਕੁਐਸਚਨਸ ਬਣ ਜਾਊਗਾ। ਠੀਕ ਇਹਦੇ ਵਿੱਚੋਂ ਸਾਨੂੰ ਜੋ ਤੁਹਾਨੂੰ ਦੱਸਿਆ ਬਸ ਆਹੀ ਚੀਜ਼ ਜ਼ਿਆਦਾ ਮੇਨ ਆਊਗੀ ਕਿ ਇਹ ਕਲੇ ਸੋਇਲਸ ਦੇ ਲਈ ਉਹ ਹੈਗਾ ਤੇ ਇਹਦੇ ਵਿੱਚ ਕਿਹੜਾ ਟੂਲਸ ਯੂਜ਼ ਕੀਤਾ ਜਾਂਦਾ ਆ ਔਰ ਇਹ ਯੂਜ਼ ਕਿੱਥੇ ਕਰਦੇ ਆ ਆਪਾਂ ਕਿਹਨਾਂ ਦੇ ਲਈ, ਹਾਈਵੇ, ਰੇਲਵੇਜ਼, ਏਅਰਫੀਲਡਸ, ਡੈਪਥ ਆਫ ਐਕਸਪਲੋਰੇਸ਼ਨ ਵਗੈਰਾ ਦੇ ਲਈ ਯੂਜ਼ ਕਰਦੇ, ਜਿੱਥੇ ਵੀ ਉਹ ਹੋ ਗਿਆ। ਇਹ ਅਸੀਂ ਕਿੱਥੇ ਨਹੀਂ ਯੂਜ਼ ਕਰ ਸਕਦੇ ਉਹਦੇ ਲਈ ਹੋ ਸਕਦਾ। ਠੀਕ ਆ ਅੱਗੇ ਆ ਗਿਆ ਸਾਡੇ ਕੋਲ ਪ੍ਰੀਕਾਸ਼ਨ ਬੋਰਿੰਗ। ਇਹਦੇ ਵਿੱਚ ਇਹ ਕਿ ਕੈਨ ਬੀ ਯੂਜ਼ਡ ਫॉर ऑल टाइप्स ऑफ soil, not good quality in disturbed soil, difficulty in sand soils, best suitable for boulder and gravelly stratum, used for making holes in rocks, boulders and other harder strata। ਠੀਕ ਆ ਇਸ ਤਰ੍ਹਾਂ ਇਹ ਇੰਪੋਰਟੈਂਟ ਆ ਕਿ ਡਿਸਟਰਬਡ ਸੈਂਪਲਸ ਹੋ ਗਏ, ਅਨਡਿਸਟਰਬਡ ਸੈਂਪਲਸ ਕੀ ਹੁੰਦੇ ਆ। ਠੀਕ ਅੱਗੇ ਸਾਡੇ ਕੋਲ ਇਹ ਵਾਲਾ ਫਾਰਮੂਲਾ ਇੰਪੋਰਟੈਂਟ ਆ ਇਨਸਾਈਡ ਕਲੀਅਰੈਂਸ ਦਾ। ਇਹਦੇ ਵਿੱਚ ਸਾਨੂੰ ਏਰੀਆ ਰੇਸ਼ੋ, ਇਨਸਾਈਡ ਕਲੀਅਰੈਂਸ ਔਰ ਆਊਟਸਾਈਡ ਕਲੀਅਰੈਂਸ ਇਹ ਇੰਪੋਰਟੈਂਟ ਆ। ਠੀਕ ਇਹਨਾਂ ਨੂੰ ਟੈਸਟ ਨੂੰ ਅਸੀਂ ਖਿਆਲ ਰੱਖਣਾ, ਇਹ ਇੰਪੋਰਟੈਂਟ ਆ। ਬਸ ਅਸੀਂ ਟੈਸਟ ਵਾਲੇ ਚੈਪਟਰਸ ਦੇ ਵਿੱਚ ਕਰਾਂਗੇ। ਠੀਕ ਔਰ ਇਹਦੀਆਂ ਇਹ ਵਾਲੀਆਂ ਟਾਈਪਸ ਹੋ ਗਈਆਂ। ਨੈਕਸਟ ਇਹ ਵਾਲੇ ਟੈਸਟ। ਠੀਕ ਆ ਸੋ ਇਹ ਸੀਗੀ ਸਾਡੀ ਅੱਜ ਦੀ ਕਲਾਸ। ਥੈਂਕ ਯੂ ਸੋ ਮਚ। ਇਸੇ ਤਰ੍ਹਾਂ ਵੀਡੀਓ ਨੂੰ ਦੇਖਦੇ ਰਹੋ, ਅਸੀਂ ਸਾਰਾ ਸਿਲੇਬਸ ਇਸੇ ਤਰ੍ਹਾਂ ਹੀ ਕਵਰ ਕਰਨਾ। ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।